ਸੋ ਹੁਣ ਅਸੀਂ ਕੀ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ, ਤੁਹਾਡਾ ਜੋ 9th ਸਮ ਹੈ ਉਹ ਅਸੀਂ ਕਰਨ ਜਾ ਰਹੇ ਹਾਂ। ਐਕਸਰਸਾਈਜ਼ ਹੈ 13.5। ਸੋ 9th ਸਮ ਦੀ ਸਟੇਟਮੈਂਟ ਕੀ ਹੈ? ਰਿਵਰ, ਇੱਕ ਰਿਵਰ ਹੈ, ਕਿੰਨੀ ਡੀਪ ਹੈ, ਉਹਦੀ ਡੈਪਥ ਕਿੰਨੀ ਹੈ, ਡੂੰਘਾਈ ਉਹ ਹੈ 3 ਮੀਟਰ ਡੀਪ। ਸੋ ਇੱਕ ਬॉयडल शेप ਦੀ ਇੱਕ ਰਿਵਰ ਹੈ ਜਿਹਦਾ ਫਲੋ ਕੀ ਹੈ ਵਾਟਰ ਦਾ, ਉਹ ਹੈ in this direction, in this direction water is flowing, this is the direction of flowing of water। okay, ਹੁਣ ਕੀ ਕਿਹਾ ਗਿਆ ਆ ਕਿ ਇਹ ਜੋ ਰਿਵਰ ਹੈ ਉਹਦੀ ਡੈਪਥ ਹੈ 3 ਮੀਟਰ ਤੇ ਉਹਦੀ ਵਿਡਥ ਚੌੜਾਈ ਕਿੰਨੀ ਹੈ 40 ਮੀਟਰ। ਸੋ ਇਸ ਰਿਵਰ ਦੇ ਵਿੱਚੋਂ ਵਾਟਰ ਫਲੋ ਕਰ ਰਿਹਾ ਹੈ ਤੇ ਫਲੋ ਕਰਕੇ ਕਿੱਥੇ ਜਾ ਰਿਹਾ ਹੈ? the water is falling into a sea, ਜਿਹੜਾ ਪਾਣੀ ਆ ਉਹ ਇੱਕ ਸੀ ਦੇ ਵਿੱਚ ਜਾ ਰਿਹਾ ਹੈ। ਪਾਣੀ ਦੇ ਮੂਵ ਦੀ ਦਾ ਰੇਟ ਆਫ ਫਲੋ ਆਫ ਵਾਟਰ ਸਾਨੂੰ ਗਿਵਨ ਹੈ ਕਿ ਪਾਣੀ ਕਿੰਨੀ ਤੇਜ਼ੀ ਦੇ ਨਾਲ ਫਲੋ ਕਰ ਰਿਹਾ ਇਸ ਦੇ ਵਿੱਚੋਂ ਦੀ, ਉਹ ਸਾਨੂੰ ਗਿਵਨ ਹੈ, that is 2 ਕਿਲੋਮੀਟਰ ਪਰ ਆਵਰ। ਸੋ ਵਾਟਰ ਜਿਹੜਾ ਫਲੋ ਕਰ ਰਿਹਾ ਹੈ ਉਹ ਕਿੰਨੀ ਰਫ਼ਤਾਰ ਦੇ ਨਾਲ ਕਰ ਰਿਹਾ ਹੈ? 2 ਕਿਲੋਮੀਟਰ ਪਰ ਆਵਰ ਦੇ ਨਾਲ। ਅਸੀਂ ਕੀ ਫਾਈਂਡ ਆਊਟ ਕਰਨਾ ਹੈ ਕਿ 1 ਮਿੰਟ ਦੇ ਵਿੱਚ ਪਾਣੀ ਦੀ ਕਿੰਨੀ ਕੁਆਂਟੀਟੀ ਜਿਹੜੀ ਆ ਉਹ ਸੀ ਦੇ ਵਿੱਚ ਚਲੇ ਜਾਏਗੀ। ਸੋ ਅਸੀਂ ਇਹ ਫਾਈਂਡ ਆਊਟ ਕਰਨਾ ਕਿ 1 ਮਿੰਟ ਦੇ ਵਿੱਚ ਇਸ ਨਹਿਰ ਦੇ ਵਿੱਚੋਂ ਜਾਂ ਇਸ ਰਿਵਰ ਦੇ ਵਿੱਚੋਂ ਕਿੰਨੀ ਮਾਤਰਾ ਦੇ ਵਿੱਚ ਪਾਣੀ ਜੋ ਸਮੁੰਦਰ ਦੇ ਵਿੱਚ ਜਾ ਰਿਹਾ ਹੈ, ਇਹ ਅਸੀਂ ਇਸ ਸਮ ਦੇ ਵਿੱਚ ਫਾਈਂਡ ਆਊਟ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਜੋ ਜੋ ਡਾਈਮੈਂਸ਼ਨ ਸਾਨੂੰ ਗਿਵਨ ਹਨ ਉਹ ਲਿਖਾਂਗੇ। ਬ੍ਰੈਡਥ ਆਫ ਦਾ ਰਿਵਰ, ਬ੍ਰੈਡਥ ਸਾਨੂੰ ਸਟੇਟਮੈਂਟ ਦੇ ਵਿੱਚ ਗਿਵਨ ਹੈ, that is 40 ਮੀਟਰ। ਇਸ ਤੋਂ ਬਾਅਦ ਡੈਪਥ ਆਫ ਰਿਵਰ, ਸੋ ਡੈਪਥ ਕਿੰਨੀ ਗਿਵਨ ਹੈ 3 ਮੀਟਰ। ਫਰਦਰ ਰੇਟ ਆਫ ਫਲੋ ਆਫ ਵਾਟਰ, ਜਿਹੜਾ ਰੇਟ ਆਫ ਫਲੋ ਜਿਹੜਾ ਹੁਣ ਇੱਧਰ ਇਸ ਡਾਇਰੈਕਸ਼ਨ ਦੇ ਵਿੱਚ ਵਾਟਰ ਫਲੋ ਕਰ ਰਿਹਾ ਹੈ ਉਸ ਦਾ ਰੇਟ ਕਿੰਨਾ ਗਿਵਨ ਹੈ 2 ਕਿਲੋਮੀਟਰ ਪਰ ਆਵਰ। ਇੱਕ ਆਵਰ ਦੇ ਵਿੱਚ 2 ਕਿਲੋਮੀਟਰ ਦੀ ਸਪੀਡ ਨਾਲ ਵਾਟਰ ਫਲੋ ਕਰ ਰਿਹਾ। ਸੋ ਲੈਂਥ ਆਫ ਵਾਟਰ ਸਟ੍ਰੈਚ, ਜਿਹੜਾ ਇੱਕ ਸਟ੍ਰੈਚ ਆ, ਸਪੋਜ਼ ਕਰ ਲਓ ਇਹ 2 ਕਿਲੋਮੀਟਰ ਦਾ ਸਟ੍ਰੈਚ ਹੈ। 2 ਕਿਲੋਮੀਟਰ ਕਿਹਦੇ ਬਰਾਬਰ ਹੁੰਦਾ 2000 ਮੀਟਰ ਦੇ। ਇੰਨਾ ਜੋ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਜਿਹੜਾ ਸਟ੍ਰੈਚ ਹੈ ਉਹ ਕਿੰਨਾ ਹੈ 2 ਕਿਲੋਮੀਟਰ ਦਾ ਹੈ। ਸੋ ਲੈਂਥ ਆਫ ਵਾਟਰ stretch flow into sea in 60 minutes। ਸੋ ਕਿੰਨਾ ਪਾਣੀ ਦੀ ਜਿਹੜਾ ਲੈਂਥ ਆ ਨਾ ਇਸ ਸਟ੍ਰੈਚ ਦੀ, ਕਿੰਨੀ ਲੈਂਥ ਤੱਕ ਦਾ ਪਾਣੀ 1 ਘੰਟੇ ਦੇ ਵਿੱਚ ਸਮੁੰਦਰ ਦੇ ਵਿੱਚ ਚਲ ਜਾਊਗਾ। 1 ਘੰਟੇ ਦਾ ਮਤਲਬ ਹੁੰਦਾ 60 ਮਿੰਟ। 60 ਮਿੰਟ ਦੇ ਵਿੱਚ ਕਿੰਨਾ ਜ਼ਿਆਦਾ ਪਾਣੀ ਸਮੁੰਦਰ ਚਲਾ ਜਾਏਗਾ? ਉਹ ਜਾਏਗਾ 200 ਮੀਟਰ ਤੱਕ ਦੇ ਜਿਸ ਸਟ੍ਰੈਚ ਤੱਕ ਜਿੰਨਾ ਵੀ ਪਾਣੀ ਹੋਏਗਾ। ਸਪੋਜ਼ ਕਰ ਲਓ ਆ 200 ਮੀਟਰ ਹੈ, ਇਸ ਪੁਆਇੰਟ ਤੋਂ ਲੈ ਕੇ ਇਹਦਾ ਡਿਸਟੈਂਸ 200 ਮੀਟਰ ਆ। ਸੋ 1 ਆਵਰ ਦੇ ਵਿੱਚ ਇਹ ਵਾਲਾ ਜੋ ਇੱਥੇ ਫਰੇਮ ਬਣਾਇਆ ਮੈਂ, ਇਹ ਫਰੇਮ ਇੱਥੇ ਪਹੁੰਚ ਜਾਏਗਾ। ਸੋ ਇਹਦੇ ਅੱਗੇ ਅੱਗੇ ਜਿੰਨਾ ਵੀ ਪਾਣੀ ਹੋਏਗਾ that will flow into the sea। ਕਲੀਅਰ ਹੈ? ਹੁਣ ਇਹ ਵਾਲਾ ਪਾਣੀ ਸਾਰਾ ਜਿੰਨਾ ਇਸ ਸਟ੍ਰੈਚ ਦੇ ਵਿੱਚ ਸੀਗਾ ਉਹ ਸੀ ਦੇ ਵਿੱਚ ਚਲਾ ਗਿਆ। ਹੁਣ ਤੁਸੀਂ ਇਹਨੂੰ ਧਿਆਨ ਦੇ ਨਾਲ ਦੇਖੋ ਤਾਂ ਇਹ ਕਿਹੜੀ ਸ਼ੇਪ ਹੈ? ਕਿਊਬੋਇਡਲ ਸ਼ੇਪ ਹੀ ਹੈ। ਇਹਦੀਆਂ ਤਿੰਨੇ ਡਾਈਮੈਂਸ਼ਨ ਤੁਹਾਨੂੰ ਗਿਵਨ ਹੈ, ਹਾਈਟ, ਵਿਡਥ, ਲੈਂਥ। ਲੈਂਥ ਕਿੰਨੀ ਹੈ 2000 ਮੀਟਰ, ਵਿਡਥ ਕਿੰਨੀ ਹੈ 40 ਮੀਟਰ, ਹਾਈਟ ਕਿੰਨੀ ਹੈ 3 ਮੀਟਰ। ਤਿੰਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਕੀ ਆ ਜਾਏਗਾ 1 ਆਵਰ ਦੇ ਵਿੱਚ, 1 ਘੰਟੇ ਦੇ ਵਿੱਚ ਕਿੰਨਾ ਪਾਣੀ ਸੀ ਦੇ ਵਿੱਚ ਚਲਾ ਗਿਆ। ਪਰ ਪਾਣੀ ਜਿਹੜਾ ਸੀਗਾ ਸਮੁੰਦਰ ਦੇ ਵਿੱਚ ਫਲੋ ਕਰ ਗਿਆ, ਅਸੀਂ ਇਹ ਫਾਈਂਡ ਆਊਟ ਕਰਨਾ। ਸੋ ਪਹਿਲਾਂ ਤਾਂ ਅਸੀਂ ਇਹ ਫਾਈਂਡ ਆਊਟ ਕਰਾਂਗੇ ਲੈਂਥ ਆਫ ਵਾਟਰ ਸਟ੍ਰੈਚ, ਲੈਂਥ ਆਫ ਵਾਟਰ ਸਟ੍ਰੈਚ, ਜਿਹੜੀ ਵਾਟਰ ਸਟ੍ਰੈਚ ਦੀ ਕਿੰਨੀ ਲੈਂਥ ਜਿਹੜੀ ਸੀ 1 ਮਿੰਟ ਦੇ ਵਿੱਚ। 60 ਮਿੰਟ ਤੇ ਤੁਹਾਨੂੰ ਪਤਾ ਆ 2000 ਮੀਟਰ ਫਲੋ ਕਰੇਗੀ, ਪਰ 1 ਮਿੰਟ ਦੇ ਵਿੱਚ ਕਿੰਨੀ ਫਲੋ ਕਰੇਗੀ? ਵੀ ਵਿਲ ਡਿਵਾਈਡ 2000 ਬਾਈ 60। ਸੋ ਕਟਿੰਗ ਕੀਤੀ, ਸਾਡੇ ਕੋਲ ਬਚਿਆ 100 ਬਾਈ 3। ਹੁਣ ਦੇਖੋ ਇੱਥੇ ਸਾਡੇ ਕੋਲ ਸਟ੍ਰੈਚ ਆ ਗਿਆ ਇੱਥੋਂ ਤੱਕ ਕਿ 1 ਆਵਰ ਦੇ ਵਿੱਚ ਸੀਗਾ ਇਹ ਪੂਰਾ ਸਟ੍ਰੈਚ ਐਮਪਟੀ ਹੋ ਰਿਹਾ ਸੀਗਾ ਸਮੁੰਦਰ ਦੇ ਵਿੱਚ 2000 ਮੀਟਰ ਤੱਕ ਦਾ। ਪਰ ਹੁਣ 1 ਮਿੰਟ ਦੇ ਵਿੱਚ ਕਿੰਨਾ ਹੋ ਰਿਹਾ? ਸਪੋਜ਼ ਕਰ ਲਿਆ ਅਸੀਂ ਇਹ ਹੈ, ਇਸ ਤੇ ਅੱਗੇ ਅੱਗੇ। ਸੋ ਇਸ ਤੋਂ ਅੱਗੇ ਅੱਗੇ ਵਾਲਾ ਸਾਰਾ ਪਾਣੀ ਕੀ ਹੈ ਸਮੁੰਦਰ ਦੇ ਵਿੱਚ 1 ਮਿੰਟ ਦੇ ਵਿੱਚ ਚਲਾ ਗਿਆ। ਤੇ ਇਹ ਸਟ੍ਰੈਚ ਇੱਥੋਂ ਇਹਦਾ ਕਿੰਨੀ ਡਾਈਮੈਂਸ਼ਨ ਹੈ? ਇਹ ਹੋਏਗੀ 100 ਬਾਈ 3। ਸੋ ਇਨਾ ਜੋ ਲੈਂਥ ਹੈ ਇੰਨੇ ਦਾ ਪਾਣੀ ਸਮੁੰਦਰ ਦੇ ਵਿੱਚ ਚਲਾ ਜਾਏਗਾ 1 ਮਿੰਟ ਦੇ ਵਿੱਚ। ਨਾਓ ਹੁਣ ਅਸੀਂ ਕੀ ਫਾਈਂਡ ਆਊਟ ਕਰਨਾ ਆ
ਕੀ ਫਾਈਂਡ ਆਊਟ ਕਰਨਾ ਸੀਗਾ? quantity of water that will flow into sea in 1 minute। ਹੁਣ 1 ਮਿੰਟ ਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਕਿੰਨੀ ਸਮੁੰਦਰ ਦੇ ਵਿੱਚ ਚਲੀ ਜਾਊਗੀ, ਉਹ ਕਿੱਦਾਂ ਆਏਗੀ ਦੱਸੋ? ਅਸੀਂ ਕੀ ਕਰਾਂਗੇ, ਜਿਹੜੀ ਲੈਂਥ ਹੈ ਇਸ ਨੂੰ ਮਲਟੀਪਲਾਈ ਕਰ ਦਾਂਗੇ ਬ੍ਰੈਡਥ ਤੇ ਹਾਈਟ ਨਾਲ। ਸੋ ਇਹ ਤਿੰਨ ਟਰਮਸ ਨੂੰ ਅਸੀਂ ਆਪਸ ਵਿੱਚ ਮਲਟੀਪਲਾਈ ਕਰਾਂਗੇ। ਸੋ ਤਿੰਨ ਟਰਮਸ ਕਿਹੜੀਆਂ ਆ? ਕਿੰਨਾ ਸਟ੍ਰੈਚ ਪਾਣੀ ਦਾ ਜਿਹੜਾ ਸਮੁੰਦਰ ਦੇ ਵਿੱਚ ਹੋ ਗਿਆ, ਉਹ ਕੀ ਹੈ 100/3। ਇਸ ਨੂੰ ਮਲਟੀਪਲਾਈ ਕਿਹਦੇ ਨਾਲ ਕਰਾਂਗੇ? ਵਿਡਥ ਕਿੰਨੀ ਹੈ ਰਿਵਰ ਦੀ 40। ਸੋ ਮਲਟੀਪਲਾਈ ਕਿਹਦੇ ਨਾਲ ਕਰਾਂਗੇ? ਹਾਈਟ ਕਿੰਨੀ ਹੈ ਰਿਵਰ ਦੀ, ਉਹ ਕੀ ਹੈ 3। ਇਹ ਦੋ ਜਿਹੜੀਆਂ ਟਰਮਸ ਆ, these make area of cross section, area cross section। ਇਹਦਾ ਮਤਲਬ ਕੀ ਹੁੰਦਾ ਆ? ਇਹਦੇ ਫੇਸ ਦਾ ਏਰੀਆ ਜਿਹਦੇ ਵਿੱਚੋਂ ਦੀ ਪਾਣੀ ਫਲੋ ਕਰ ਰਿਹਾ ਆ, ਠੀਕ ਹੈ, ਉਸ ਫੇਸ ਦਾ ਏਰੀਆ, ਉਹਦੇ ਨਾਲ ਅਸੀਂ ਕਿੰਨਾ ਸਟ੍ਰੈਚ ਪਾਣੀ ਦਾ ਜਿਹੜਾ ਫਲੋ ਕਰ ਜਾਏਗਾ ਸੀ ਚ, ਉਹਨੂੰ ਮਲਟੀਪਲਾਈ ਕਰਨਾ ਸੀਗਾ। ਸੋ ਤਿੰਨੇ ਚੀਜ਼ਾਂ ਮਲਟੀਪਲਾਈ ਹੋ ਗਈਆਂ। ਸੋ ਇਹਨਾਂ ਨੂੰ ਹੁਣ ਅਸੀਂ ਸੋਲਵ ਕਰਕੇ ਦੇਖ ਲੈਂਦੇ ਆ। 3 ਦੇ ਨਾਲ 3 ਕੈਂਸਲ ਆਊਟ ਹੋ ਗਿਆ। ਸੋ 100 ਦੇ ਨਾਲ 40 ਨੂੰ ਮਲਟੀਪਲਾਈ ਕੀਤਾ, ਸਾਡੇ ਕੋਲ ਆ ਗਿਆ 4000 ਮੀਟਰ ਕਿਊਬ। ਸੋ ਇੰਨਾ ਪਾਣੀ ਦਾ ਵੋਲਿਊਮ, ਸੋ ਇਹ ਕੀ ਹੈ, ਇੰਨਾ ਪਾਣੀ ਦਾ ਵੋਲਿਊਮ ਜੋ ਫਲੋ ਕਰ ਜਾਏਗਾ ਸੀ ਦੇ ਵਿੱਚ, ਠੀਕ ਹੈ, ਇਨ 1 ਮਿੰਟ। ਸੋ ਇਹ ਤੁਹਾਡਾ ਆਨਸਰ ਆ ਗਿਆ। ਓਕੇ, ਹੁਣ ਹੋਰ ਕੋਈ ਪ੍ਰੋਬਲਮ ਹੈ ਪ੍ਰਭਜੋਤ ਕਿ ਨਹੀਂ? ਹਾਂਜੀ, क्लियर है? ओके, तो फिर हम आप आगे स्टार्ट कर दिए नेक्स्ट एक्सरसाइज 30.6। कल करनी है प्रभजोत? प्रभजोत पिछों सारे जिन्ने भी सम सीगे 13.1 2 3 4 5 वो सारे सॉल्व हो चुके हैं ਤੁਹਾਡੇ? किसी कोई प्रॉब्लम नहीं है, सारे सम हो गए? दसो फिर केड़ा मैं करवा देना हुणे, जेडे सम च प्रॉब्लम है दसो। सो प्रभजोत थानू सम 8 ਦੇ ਵਿੱਚ ਵੀ ਪ੍ਰੋਬਲਮ ਆ। सो नाउ वी विल सॉल्व सम 8 of exercise 13.5। सो एक्सरसाइज है हम साडे को 13.5 सम नंबर 8। तो सम नंबर 8 ਦੀ ਸਟੇਟਮੈਂਟ ਅਸੀਂ ਦੇਖਦੇ ਹਾਂ ਕੀ ਕਿਹਾ ਗਿਆ ਹੈ। A solid cube of size 12 centimeter is cut into 8 cubes of equal volume। ਹੁਣ ਇੱਕ solid cube ਹੈ, ਠੀਕ ਹੈ, ਉਹਦੀ ਸਾਈਡ ਕਿੰਨੀ ਹੈ 12 ਸੈਂਟੀਮੀਟਰ। ਉਹਨੂੰ ਅਸੀਂ ਕੱਟ ਕੇ ਕੀਤਾ ਗਿਆ ਆ into 8 cubes of equal volume। 8 cubes ਦੇ ਵਿੱਚ ਕੱਟ ਕੀਤਾ ਗਿਆ ਜਿਨ੍ਹਾਂ ਦੀ ਵੋਲਿਊਮ ਸੇਮ ਆ। what will be the side of new cube। ਜਿਹੜੇ ਨਵਾਂ ਕਿਊਬ ਬਣਿਆ ਨਾ, 8ਵਾਂ ਹਿੱਸਾ ਪਹਿਲੇ ਕਿਊਬ ਤੋਂ, ਉਹਦੀ ਅਸੀਂ ਸਾਈਡ ਪਤਾ ਕਰਨੀ ਹੈ। also find the ratio between their surface areas। ਤੇ ਹੋਰ ਕੀ ਪਤਾ ਕਰਨਾ ਆ? ratio between the surface areas। ਜਿਹੜਾ ਪਹਿਲਾ solid cube ਸੀਗਾ ਵੱਡਾ 12 ਸੈਂਟੀਮੀਟਰ ਵਾਲੀ ਸਾਈਡ ਦਾ, ਤੇ ਜਿਹੜਾ ਨਵਾਂ ਬਣਿਆ ਛੋਟੇ ਛੋਟੇ 8 ਬਣੇ, ਉਹਨਾਂ ਦਾ ਸਰਫੇਸ ਏਰੀਆ, ਉਹਨਾਂ ਚੋਂ ਇੱਕ ਦਾ ਸਰਫੇਸ ਏਰੀਆ, ਉਹਦੀ ਰੇਸ਼ੋ ਅਸੀਂ ਫਾਈਂਡ ਆਊਟ ਕਰਨੀ ਆ ਵੱਡੇ ਵਾਲੇ ਦੇ ਰੇਸ਼ੋ ਦੇ ਨਾਲ। ਸੋ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਕੀ ਸੀਗਾ, ਕਿਊਬ ਸੀਗਾ ਇੱਥੇ, ਸੋਲਿਡ ਕਿਊਬ। ਕਿਊਬ ਦੇ ਵਿੱਚ ਕੀ ਹੁੰਦਾ? all the edges
are of same size। सो क्यूब की ਹੁੰਦਾ इस तरीके का एक शेप ਹੁੰਦੀ है। ओके ਹੁਣ ਇਹਦੀ ਸਾਈਡ ਸਾਨੂੰ ਕਿੰਨੀ ਗਿਵਨ ਹੈ 12 ਸੈਂਟੀਮੀਟਰ। ਹੁਣ ਕਹਿੰਦਾ ਇਸ ਕਿਊਬ ਨੂੰ ਅਸੀਂ ਕਿੰਨੇ ਹਿੱਸਿਆਂ ਦੇ ਵਿੱਚ ਵੰਡ ਦੇਣਾ ਵਾ 8 ਕਿਊਬਸ ਆਫ ਇਕੁਅਲ ਵੋਲਿਊਮ। 8 ਕਿਊਬਸ ਦੇ ਵਿੱਚ ਇਹਦੀ ਡਿਵੀਜ਼ਨ ਕਰਨੀ ਆ ਇਕੁਅਲ ਵੋਲਿਊਮ ਦੇ। ਠੀਕ ਹੈ ਹੁਣ ਦੇਖੋ ਇਹਦਾ ਜਿਹੜਾ ਵੋਲਿਊਮ ਹੈ ਉਹਨੂੰ ਅਸੀਂ 8 ਹਿੱਸਿਆਂ 'ਚ ਵੰਡ ਦਾਂਗੇ। ठीक है ना सब तो पहले तो ਇਹਦਾ वॉल्यूम फाइंड आउट करो। वॉल्यूम की होएगा ਇਹਦਾ ਇਹਦੀ ਤਿੰਨੇ ਸਾਈਡਸ ਕੀ ਹੋਣਗੀਆਂ ਇਹ ਵੀ 12 ਸੈਂਟੀਮੀਟਰ ਹੈ ਉੱਪਰ ਵੀ ਕਿੰਨੀ ਹੈ 12 ਸੈਂਟੀਮੀਟਰ ਹੈ। ओके ਹੁਣ ਅਸੀਂ ਕੀ फाइंड आउट करना देखो साइड ऑफ गिवन क्यूब जो ਸਾਨੂੰ एक गिवन क्यूब है ਇਹਦੀ साइड कितनी है 12 सेंटीमीटर है। ओके इस गिवन क्यूब की साइड है 12 सेंटीमीटर। ਹੁਣ ਇਹਦੀ वॉल्यूम ਕੀ ਹੋਏਗੀ वॉल्यूम ऑफ गिवन क्यूब ਦੀ वॉल्यूम ਕੀ ਹੋਏਗੀ ਸਾਈਡ ਕਿਊਬ। ਤਿੰਨੇ ਸਾਈਡ ਨੂੰ ਆਪਸ ਵਿੱਚ ਮਲਟੀਪਲਾਈ ਕਰੀਦਾ ਜੇ ਲੈਂਥ ਬ੍ਰੈਡਥ ਹਾਈਟ ਹੁੰਦੀ ਤਾਂ ਉਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰ ਦੇਣਾ ਸੀ। ਹੁਣ ਅਸੀਂ ਸਾਈਡ ਕਿਊਬ ਇਹਦਾ ਆ ਗਿਆ। ਸੋ ਸਾਈਡ ਕਿਊਬ ਦਾ ਮਤਲਬ 12 ਦਾ ਕਿਊਬ। ਸੋ 12 ਦਾ ਕਿਊਬ ਕੀ 12 ਮਲਟੀਪਲਾਈ 12 ਮਲਟੀਪਲਾਈ 12 ਕਲੀਅਰ ਹੈ। ਕਲੀਅਰ ਹੈ ਨਾ ਹੁਣ 12 ਨੂੰ ਜਦੋਂ 12 ਦੇ ਨਾਲ ਮਲਟੀਪਲਾਈ ਕਰੀਏ ਤਾਂ ਆਉਂਦਾ 144 ਤੇ 144 ਨੂੰ ਫਰਦਰ 12 ਦੇ ਨਾਲ ਮਲਟੀਪਲਾਈ ਕਰਕੇ ਤੁਹਾਡੇ ਕੋਲ ਕਿੰਨਾ ਆਨਸਰ ਆਉਂਦਾ ਮੈਨੂੰ ਜਲਦੀ ਦੱਸੋ। 12 ਮਲਟੀਪਲਾਈ 12 ਕਰੀਏ ਤਾਂ ਸਾਡੇ ਕੋਲ ਆ ਜਾਂਦਾ ਹੈ 144। ਫਿਰ ਤੁਸੀਂ ਉਹਦੇ ਵਿੱਚ ਮਲਟੀਪਲਾਈ ਕੀ ਕਰ ਦੇਣਾ 12 तो ਤੁਹਾਡੇ ਕੋਲ ਕਿੰਨਾ ਆਨਸਰ ਆਏਗਾ 1728। ठीक है इन्ने सेंटीमीटर क्यूब दिस इज द वॉल्यूम ऑफ दिस बिगर क्यूब। ਹੁਣ ਇਹਦੇ ਅਸੀਂ ਛੋਟੇ ਕਿਊਬ ਕਿੰਨੇ ਬਣਾ ਦਿੱਤੇ ਆ 8 ਕਿਊਬਸ ਬਣਾ ਦਿੱਤੇ ਆ। ਸੋ ਇਹਨੂੰ ਅਸੀਂ ਜੇ 8 ਦੇ ਨਾਲ ਡਿਵਾਈਡ ਕਰ ਦਈਏ ਤਾਂ ਸਾਡੇ ਕੋਲ ਕਿੰਨਾ ਆਏਗਾ ਇੱਕ ਛੋਟੇ ਕਿਊਬ ਦੀ ਵੋਲਿਊਮ ਆ ਜਾਏਗੀ। ਓਕੇ ਦੇਖੋ ਹੁਣ ਵੋਲਿਊਮ ਆਫ ਗਿਵਨ ਕਿਊਬ ਆ ਗਈ ਸਾਡੇ ਕੋਲ ਵੱਡੇ ਦੀ a ਵਾਲੀ। ਹੁਣ ਅਸੀਂ ਕੀ ਕਰਨਾ ਆ ਵੋਲਿਊਮ ਫਾਈਂਡ ਆਊਟ ਕਰਨੀ ਹੈ 8 छोटे क्यूब दी। ठीक है वॉल्यूम ऑफ एट क्यूब्स पहले था 8 क्यूब्स दी विद साइड एदी साइड ਅਸੀਂ s ਮੰਨੀ ਸੀਗੀ ਨੋਟੇਸ਼ਨ। ਹੁਣ ਅਸੀਂ ਇਹਦੀ ਕਰਨਾ ਵਿਦ ਸਾਈਡ ਆਪਣੇ ਕੋਲ ਕੀ ਮੰਨ ਲਓ s1। ओके s1 साइड मान ली। ਹੁਣ वॉल्यूम ऑफ 8 क्यूब्स विद साइड ईच विद ਹੁਣ ਉਹਨੇ ਕਿਹਾ ਨਾ ਸਾਰੇ ਇਕੁਅਲ ਕਿਊਬਸ ਬਣਾਉਣੇ ਆ ਈਚ ਦੀ ਸਾਈਡ ਅਸੀਂ s1 ਮੰਨ ਲਈ ਹਰ ਇੱਕ ਦੀ 8 ਦੀ। ਉਹ ਕਿਹਦੇ ਬਰਾਬਰ ਹੋਏਗੀ ਵੋਲਿਊਮ ਆਫ ਦਿਸ ਬਿਗਰ ਵਨ ਦੇ ਨਾ। ਦੇਖੋ ਇਹਦੇ ਚੋਂ 8 ਬਣਾਏ ਆਪਾਂ ਤੇ ਜਿਹੜੀ 8 ਦੀ ਵੋਲਿਊਮ ਹੋਏਗੀ ਉਹ ਇਹਦੇ ਬਰਾਬਰ ਹੋਏਗੀ। ਸੋ ਇੱਥੇ ਕੀ ਆ ਜਾਏਗਾ that will be equal to 1728। ओके ਹੁਣ ਜਿੰਨੀ ਇੱਕ ਕਿਊਬ ਦੀ ਵੋਲਿਊਮ ਸੀਗੀ ਉਨੀ 8 ਦੀ ਆ ਜਾਣੀ ਆ। ਸੋ ਉਹ ਆ ਗਈ 1728 ਅਸੀਂ ਆ ਫਾਈਂਡ ਆਊਟ ਕੀਤੀ ਹੈ। ਸੋ ਵੋਲਿਊਮ ਆਫ 1 क्यूब with साइड s1। ਹੁਣ ਛੋਟੇ ਕਿਊਬ ਦੀ ਜਿਹੜੀ ਇੱਕ ਕਿਊਬ ਦੀ ਵੋਲਿਊਮ ਕਿੰਨੀ ਹੋਏਗੀ ਉਹ ਹੋਏਗੀ 1728 ਨੂੰ ਡਿਵਾਈਡ ਜੇ ਕਰਦੀ ਅਸੀਂ ਕਿਹਦੇ ਨਾਲ 8 ਦੇ ਨਾਲ। 8 ਦੀ ਤਾਂ ਇਹੀ ਆਈ ਸੀ ਕਿਉਂਕਿ ਇਹ ਵੱਡਾ ਸੀਗਾ ਇਹ ਤੋਂ 8 ਬਣਾਏ ਸੀਗੇ ਜਿੰਨੀ ਵੱਡੇ ਦੀ ਵੋਲਿਊਮ ਉਨੀ ਛੋਟੇ 8 ਦੀ ਵੋਲਿਊਮ ਆ ਗਈ। ਹੁਣ ਇਹਦੇ ਚੋਂ ਅਸੀਂ ਇੱਕ ਦੀ ਵੋਲਿਊਮ ਫਾਈਂਡ ਆਊਟ ਕਰਨੀ ਜਿਹੜੇ ਇਹਦੇ ਵਿੱਚ ਛੋਟੇ 8 ਬਣਾਵਾਂਗੇ। ਠੀਕ ਆ ਸਪੋਜ਼ ਕਰ ਲਓ ਏਡਾ ਛੋਟਾ ਇਹਦੇ ਚੋਂ ਕੱਟ ਕਰਕੇ ਇਦਾਂ ਦੇ ਛੋਟੇ ਛੋਟੇ 8 ਕਿਊਬਸ ਬਣੇ ਆ। ठीक है ਇਹਦੀ ਅਸੀਂ ਸਾਈਡ ਕਿੰਨੀ ਮੰਨੀ ਹੈ s1 ਵੱਡੇ ਦੀ ਕੀ ਮੰਨੀ ਸੀਗੀ s ਪੂਰੀ ਪ੍ਰੋਪਰ। ਓਕੇ ਹੁਣ ਇਹਦੀ ਵੋਲਿਊਮ ਜਿਹੜੇ ਇਹਦੇ ਨਾਲ ਦੇ 8 ਦੀ ਵੋਲਿਊਮ ਕਿੰਨੀ ਆਈ ਆ 1728 ਤੇ 8 ਚੋਂ ਇੱਕ ਦੀ ਕਿੱਦਾਂ ਕੱਢਾਂਗੇ 8 ਦੇ ਨਾਲ ਡਿਵਾਈਡ ਕਰ ਲਾਂਗੇ। तो ਸਾਡੇ ਕੋਲ ਕਿੰਨਾ ਆਨਸਰ ਆ ਗਿਆ ਇੱਥੇ ਦੇਖੋ ਡਿਵਾਈਡ ਕਰਕੇ the answer will be 1728 ਨੂੰ ਡਿਵਾਈਡ ਅਸੀਂ ਕਰਾਂਗੇ ਕਿਹਦੇ ਨਾਲ 8 ਦੇ ਨਾਲ। ਆਨਸਰ ਸਾਡੇ ਕੋਲ ਕੀ ਆ ਜਾਏਗਾ 2167
सेंटीमीटर क्यूब। तो साडे कोल इन्ना आंसर आ गया। ओके, एक क्यूब दी इन्ना आंसर आ गया। हुण देखो इहदे विच तुसीं की देखना आ साइड। हुण जिहड़ा वॉल्यूम ऑफ क्यूब साइड 1 दे नाल साइड S1 ਦੇ ਨਾਲ S1 ਉਹਦੀ ਸਾਈਡ ਸੀਗੀ ਨਾ, ਅਸੀਂ ਫਾਈਂਡ ਕੀ ਕਰਨੀ ਸੀ ਐਕਚੁਅਲੀ ਸਾਈਡ ਹੀ ਫਾਈਂਡ ਆਊਟ ਕਰਨੀ ਸੀਗੀ ਨਾ S1 ਦੀ ਵੈਲਿਊ। ਸੋ ਵੋਲਿਊਮ ਦਾ ਫਾਰਮੂਲਾ ਕੀ ਹੁੰਦਾ S1 ਵਾਲੀ ਸਾਈਡ ਦੇ ਨਾਲ ਉਹਦਾ ਫਾਰਮੂਲਾ ਜੇ ਭਰੀਏ ਉਹ ਹੁੰਦਾ S1 ਦਾ ਕਿਊਬ। S1 ਦਾ ਕਿਊਬ ਕਿੰਨਾ ਆ ਗਿਆ 216 ਸੈਂਟੀਮੀਟਰ ਕਿਊਬ। ਸੋ ਅਸੀਂ ਕੀ ਫਾਈਂਡ ਆਊਟ ਕਰਨਾ ਸੀਗਾ S1। ਸੋ S1 ਕਿਹਦੇ ਬਰਾਬਰ ਆ ਜਾਏਗਾ that will be equal to ਸਕੁਅਰ ਕਿਊਬ ਰੂਟ, ਇੱਥੇ ਕਿਊਬ ਆਏਗਾ ਕਿਉਂਕਿ ਕਿਊਬ ਸੀਗਾ ਉਧਰ ਕਿਊਬ ਰੂਟ ਬਣ ਜਾਏਗਾ ਜਾ ਕੇ 216। ਓਕੇ, ਹੁਣ ਅਸੀਂ ਇਹਦੇ 216 ਦੇ ਫੈਕਟਰ ਬਣਾਵਾਂਗੇ। ਫੈਕਟਰਸ ਕਿੱਦਾਂ ਬਣਦੇ ਆ 216 ਦੇ ਦੇਖੋ 216 2 ਦੇ ਨਾਲ ਡਿਵਾਈਡ ਕਰੀਏ ਇਹਨੂੰ, ਇੱਥੇ ਕੀ ਆ ਗਿਆ 108। ਓਕੇ, ਫਿਰ 2 ਦੇ ਨਾਲ ਕਰਾਂਗੇ 5 4, ਫਰਦਰ 2 ਦੇ ਨਾਲ ਕਰਾਂਗੇ ਕੀ ਆ ਗਿਆ 2 2 za 4 2 7 za 14, फर्दर ये चला जाएगा हुन 3 ਦੇ ਉੱਪਰ 3 9 za 27, फिर अगेन फर्दर ये कितने जाएगा 3 ਦੇ ਤੇ 3 आ जाएगा। सो देखो ये सारे की बन गए फैक्टर। सो ਅਸੀਂ ਕੀ ਲਿਖ ਦਾਂਗੇ दिस विल बी इक्वल टू फैक्टर्स ਕੀ ਹੈ 2 मल्टीप्लाई 2 मल्टीप्लाई 2 ਤੇ मल्टीप्लाई 3 मल्टीप्लाई 3 मल्टीप्लाई 3। सो ਸਾਡਾ ਦੇਖੋ ਇਹਦੇ ਚ ਕੀ ਹੋਏਗਾ ਪੇਅਰ ਬਣ ਜਾਣਗੇ ਇੱਕ ਇਹ ਕਿਊਬ ਰੂਟ ਸੀਗਾ ਨਾ ਤਿੰਨ ਪੇਅਰ ਬਣਾਉਣੇ ਆ ਹੁਣ। ਸੋ ਸਾਡਾ ਕੀ ਆंसर ਆ ਜਾਏਗਾ 2 मल्टीप्लाई 3। सो दिस विल बी इक्वल टू कितना आ जाएगा 6। ओके, सो ਉਹਦੀ ਸਾਈਡ ਕਿੰਨੀ ਆ ਗਈ ਹੈ ਸਾਡੇ ਕੋਲ 6। ओके, 6 सेंटीमीटर यूनिट्स ਕੀ ਹੋਣਗੇ 6 सेंटीमीटर। ਹੁਣ ਦੇਖੋ ਕਿੱਦਾਂ ਦਾ ਬਣਿਆ ਹੋਊਗਾ 12 ਟੋਟਲ ਸੀਗਾ ਇਹਦਾ ਮਿਡ ਚੋਂ ਇੱਥੋਂ ਡਿਵਾਈਡ ਕਰ ਦਿਓ, ਇਹ ਵੀ ਇੱਧਰ ਵੀ 12 ਸੀਗਾ ਉਹਦਾ ਮਿਡ ਇੱਥੇ ਡਿਵਾਈਡ ਕਰ ਦਿਓ। ਸੋ ਇਹਨੂੰ ਅਸੀਂ ਜੁਆਇਨ ਕਰ ਦਈਏ। ਸੋ ਇਹਦੇ ਵੀ ਮਿਡ ਚੋਂ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ ਤੇ ਇਹ ਮਿਡ ਤਾਂ ਹੈ ਹੀ ਆ। ਸੋ ਅਸੀਂ ਇਹਨਾਂ ਨੂੰ ਵੀ ਜੁਆਇਨ ਕਰ ਦਿੰਦੇ ਆ। ਓਕੇ, ਇੱਧਰ ਮਿਡ ਹੈ ਇੱਧਰ ਵੀ ਮਿਡ ਹੈ। ਸੋ ਇਹਨੂੰ ਵੀ ਕੀ ਕਰ ਦਿੰਦੇ ਆ ਇਸ ਤਰੀਕੇ ਨਾਲ ਜੁਆਇਨ ਕਰ ਦਿੰਦੇ ਆ। ਸੋ ਇਹ ਜਿਹੜਾ ਉੱਪਰੋਂ ਆ ਇਹਦੇ ਨਾਲ ਇੱਥੇ ਥੱਲੇ ਜੁਆਇਨ ਹੋ ਜਾਏਗਾ। ਓਕੇ, ਸੋ ਇੱਧਰ ਵੀ ਕੀ ਹੈ ਮਿਡ ਹੈ। ਸੋ ਮਿਡ ਜਿਹੜਾ ਸੀਗਾ ਇੱਧਰ ਮਿਡ ਦੇ ਨਾਲ ਜੁਆਇਨ ਕਰ ਦਿੱਤਾ, ਇਹ ਮਿਡ ਇੱਧਰ ਨਾਲ ਜੁਆਇਨ ਕਰ ਦਿੱਤਾ, ਇਧਰੋਂ ਮਿਡ ਚੋਂ ਇੱਧਰ ਕੱਟਿਆ ਗਿਆ। ओके, इधरों भी उपरों मिड चों किदां कटे जाना इस तरीके दे नाल। ओके, फिर फर्दर इधरों जिहड़ा नीचे सीगा नीचे भी इदां मिड ज्वाइन हो जाने आ, इधर भी मिड ज्वाइन हो गए ते इधर भी मिड ज्वाइन हो जाणगे ते ये भी इहदे नाल ज्वाइन हो जाएगा। सो हुण तुसीं देखो कि इत्थे एक क्यूब बन गया, एक नीचे एक दो इधर भी 3 4 ते 5 ते 6 7 8 8 क्यूब्स इदां करके डिवाइड हो जाणगे। ओके, ਹੁਣ 8 ਕਿਊਬਸ ਬਣ ਗਏ ਨਾ ਤੇ ਇੱਕ ਕਿਊਬ ਦਾ ਕਿੰਨੀ ਸਾਈਡ ਆਈ 6 ਸੈਂਟੀਮੀਟਰ। ਸਾਨੂੰ ਪਹਿਲਾਂ ਤਾਂ ਇਹ ਚੀਜ਼ ਫਾਈਂਡ ਆਊਟ ਕਰਨ ਨੂੰ ਕਿਹਾ ਗਿਆ ਸੀਗਾ। ਹੁਣ ਇਸ ਤੋਂ ਨੈਕਸਟ ਫਰਦਰ ਉਹਨੇ ਕੀ ਕਿਹਾ ਸੀਗਾ ਰੇਸ਼ੋ ਫਾਈਂਡ ਆਊਟ ਕਰਨੀ ਆ ਕਿੰਨਾ ਦੀ, ਰੇਸ਼ੋ ਕਿੰਨਾ ਦੀ ਫਾਈਂਡ ਆਊਟ ਕਰਨੀ ਆ ਇਹਨਾਂ ਦੋਨੋਂ ਕਿਊਬਸ ਦੀ ਦੇ ਸਰਫੇਸ ਏਰੀਆ ਦੀ। ਹੁਣ ਸਰਫੇਸ ਏਰੀਆ ਆਫ ਕਿਊਬ ਦਾ ਫਾਰਮੂਲਾ ਕੀ ਹੁੰਦਾ ਜਲਦੀ ਜਲਦੀ ਦੱਸੋ, ਤੁਸੀਂ ਪਹਿਲਾਂ ਕਰ ਚੁੱਕੇ ਆ। ਪ੍ਰਭਜੋਤ ਸਰਫੇਸ ਏਰੀਆ ਆਫ ਕਿਊਬ ਦਾ ਫਾਰਮੂਲਾ ਦੱਸੋ ਜਲਦੀ। प्रभजोत सरफेस एरिया ऑफ क्यूब का फॉर्मूला रेशो ताही आएगी ना, रेशो कितना आएगी रेशो सरफेस एरिया दी। सरफेस एरिया पहला की लिखांगे सरफेस एरिया ऑफ बिगर क्यूब ओवर सरफेस एरिया ऑफ स्मॉलर क्यूब। ठीक है, इन्हां दे फार्मूला सब्स्टिट्यूट कर दो। हुण तेरे को साइड तो है ही आ, सरफेस एरिया की सीगा स्मॉलर क्यूब दा फार्मूला त्रेहन। मीनाक्षी मीनाक्षी त्रेहन कोई तो दसो भी। तब तो फर्स्ट एक्सरसाइज कराया सीगा तुहानू
ਸਰਫੇਸ ਏਰੀਆ ਆਫ ਕਿਊਬ ਪਤਾ ਹੈ ਕਿ ਨਹੀਂ? ਬਿਗਰ ਕਿਊਬ ਦੀ ਸਾਈਡ ਕਿੰਨੀ ਸੀਗੀ ਦੱਸੋ? s ਸੀਗੀ, ਸੋ ਉਹਦਾ ਕੀ ਆ ਜਾਏਗਾ 6s ਸਕੁਅਰ। ਓਕੇ, ਤੇ ਸਰਫੇਸ ਏਰੀਆ ਕਿਹਦਾ ਆਏਗਾ? ਸਮਾਲਰ ਕਿਊਬ ਦੀ ਸਾਈਡ ਕਿੰਨੀ ਸੀਗੀ s1, ਉਹਦਾ ਕੀ ਆ ਜਾਏਗਾ 6s1 ਦਾ ਸਕੁਅਰ। 6 6 ਕੈਨਸਲ ਹੋ ਜਾਣਗੇ, ਇਜ਼ ਇਕੁਅਲ ਟੂ s ਦਾ ਸਕੁਅਰ ਕੀ ਆ ਜਾਏਗਾ? ਦੇਖੋ ਦੱਸੋ ਮੈਨੂੰ, s ਦਾ ਸਕੁਅਰ, s ਕੀ ਹੈ 12, ਇੱਥੇ ਕੀ ਆ ਜਾਏਗਾ 12 ਦਾ ਸਕੁਅਰ, ਤੇ ਨੀਚੇ ਕੀ ਆ s1 ਕਿੰਨੀ ਆਈ ਅਸੀਂ ਫਾਈਂਡ ਆਊਟ ਕੀਤੀ ਇੱਥੇ 6, ਉਹ ਕੀ ਆ ਜਾਏਗਾ 6 ਦਾ ਸਕੁਅਰ। ਓਕੇ, ਹੁਣ 12 ਦਾ ਸਕੁਅਰ ਕਿੰਨਾ ਹੁੰਦਾ 144, ਤੇ 6 ਦਾ ਸਕੁਅਰ ਕਿੰਨਾ ਹੁੰਦਾ 36। ਇਹਨਾਂ ਨੂੰ ਕੈਨਸਲ ਕਰੋ, ਦੇਖੋ ਕੈਨਸਲ ਹੁੰਦੇ ਆ। ਇਹਨਾਂ ਨੂੰ ਕੈਨਸਲ ਕਰਕੇ ਦੇਖੋ ਬਈ, ਜੇ ਇਹਨਾਂ ਨੂੰ ਕੈਨਸਲ ਕਰੋਗੇ ਡਾਇਰੈਕਟ ਤੁਸੀਂ ਦੇਖ ਸਕਦੇ ਹੋ ਕਿ 36 ਦੇ ਟੇਬਲ 36 ਨੂੰ 4 ਨਾਲ ਮਲਟੀਪਲਾਈ ਕਰੀਏ ਤਾਂ ਸਾਡੇ ਕੋਲ ਕੀ ਆਉਂਦਾ 144। ਸੋ ਕੀ ਆ ਗਿਆ 4/1। ਸੋ ਰੇਸ਼ੋ ਸਾਡੇ ਕੋਲ ਕੀ ਆ ਗਈ? ਰੇਸ਼ੋ ਵਿਲ ਬੀ ਇਕੁਅਲ ਟੂ, ਰੇਸ਼ੋ ਸਾਡੇ ਕੋਲ ਕੀ ਆਏਗੀ 4:1। ਦੇਖੋ ਆ ਇੱਕ ਸੀਗੇ, ਇਹਦੇ ਚੋਂ ਇੱਕ ਚੋਂ 4 ਸਰਫੇਸ ਏਰੀਆ ਦੀ ਰੇਸ਼ੋ ਜਿਹੜੀ ਸੀਗੀ ਉਹ ਕੀ ਆ ਗਈ ਆ, ਇੱਕ ਚੋਂ ਕਿੰਨੇ ਬਣੇ ਸੀਗੇ 8 ਕਿਊਬ, ਤੇ ਉਹਨਾਂ ਨੇ ਸਰਫੇਸ ਏਰੀਆ ਦੀ ਰੇਸ਼ੋ ਕੀ ਆਈ 4:1। ਕਲੀਅਰ ਹੈ? ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਕੱਲ ਨੂੰ ਮੇਰੇ ਕੋਲ ਇਹਦੇ ਵਿੱਚ ਪੁੱਛ ਲਿਓ ਤੁਸੀਂ, ਠੀਕ ਹੈ? ਵੀਡੀਓ ਜਿਨ੍ਹਾਂ ਨੇ ਨਹੀਂ ਮਤਲਬ ਲਾਈਵ ਕਲਾਸ ਲਗਾਈ ਵੀਡੀਓ ਦੇਖ ਲੈਣ, ਤਾਂ ਇਸ ਤੋਂ ਬਾਅਦ ਤੁਸੀਂ ਮੈਨੂੰ ਪੁੱਛ ਸਕਦੇ ਹੋ। ਓਕੇ, ਬਾਏ। ਹਾਂ, ਜਿਹੜੇ ਬੱਚੇ ਹੁਣ ਜੁਆਇਨ ਹੋਏ ਆ ਨਾ, ਹੁਣ ਟਾਈਮ ਕਾਫੀ ਜ਼ਿਆਦਾ 10 ਮਿੰਟ ਅੱਗੇ ਲੇਟ ਆਪਾਂ, ਜ਼ਿਆਦਾ ਹੋ ਗਿਆ, ਟਾਈਮ ਓਵਰ ਹੋ ਗਿਆ। ਸੋ ਤੁਹਾਡੀ ਨੈਕਸਟ ਕਲਾਸ ਵੀ ਆ, ਕੱਲ ਨੂੰ ਮੈਨੂੰ ਪੁੱਛ ਲਿਓ ਜੇ ਕੋਈ ਪ੍ਰੋਬਲਮ ਹੋਈ ਇਹਦੇ ਵਿੱਚ। ਓਕੇ, ਬਾਏ।